अस्सलाम वालेकुम दोस्तों, की हाल चाल आ? सब ठीक ठाक ने। ਅੱਜ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਪੰਜਾਬੀ 'ਚ ਗੱਲਬਾਤ ਕਰਾਂ। ਮੁਸਤਨਸਰ ਹਸੈਨ ਤਾਰੜ ਦੀਆਂ ਕਿਤਾਬਾਂ ਬਹੁਤ ਪਸੰਦ ਨੇ। ਉਹਨਾਂ ਦੇ ਸਫ਼ਰਨਾਮੇ ਵੀ ਮੈਨੂੰ ਬਹੁਤ ਪਸੰਦ ਨੇ ਅਤੇ ਉਹ ਬਹੁਤ ਅੱਛੇ ਰਾਈਟਰ ਨੇ ਅਤੇ ਮੈਂ ਉਹਨਾਂ ਦੀਆਂ ਕਾਫੀ ਕਿਤਾਬਾਂ ਪੜ੍ਹੀਆਂ ਨੇ ਅਤੇ ਅੱਜ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਵੀ ਪੜ੍ਹੋ, ਤੁਸੀਂ ਇੰਜੋਏ ਕਰੋ। ਪੜ੍ਹਨਾ ਬਹੁਤ ਮੁਸ਼ਕਿਲ ਬਣਾ ਦਿੱਤਾ ਗਿਆ ਸਾਡੇ ਇੱਥੇ ਪਾਕਿਸਤਾਨ ਵਿੱਚ। ਪੜ੍ਹਾਈ ਬਹੁਤ ਮੁਸ਼ਕਿਲ ਆ, ਬਹੁਤ ਬੋਰਿੰਗ ਆ, ਪੜ੍ਹਨ ਵਾਲੇ ਪਾਸੇ ਕੋਈ ਨਹੀਂ ਜਾਂਦਾ ਅਤੇ ਇੰਜੋਏਮੈਂਟ ਆ, ਪੜ੍ਹਾਈ ਨਹੀਂ ਗੀ। ਅਤੇ ਬਹੁਤ ਸਾਰੇ ਨੇ ਉਹਨਾਂ ਦੇ ਸਫ਼ਰਨਾਮੇ ਅਤੇ ਮੈਂ ਵੀ ਬਹੁਤ ਸਾਰੇ ਪੜ੍ਹੇ ਨੇ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਵੀ ਪੜ੍ਹੋ ਅਤੇ ਇੰਜੋਏ ਕਰੋ। ਉਹਨਾਂ ਦੇ ਸਫ਼ਰਨਾਮੇ ਨੇ ਬਰਫੀਲੀ ਬੁਲੰਦੀਆਂ, ਖਸੋ ਖਸ਼ਾਕ ਕੇ ਜ਼ਮਾਨੇ, ਲਾਹੌਰਾ ਵਰਗੀ ਮੈਨੂੰ ਬਹੁਤ ਪਸੰਦ ਆਈ ਸੀ। ਇਸ ਤੋਂ ਕਿ ਲਾਹੌਰ ਦੀ ਤਾਰੀਖੀ ਮਕਾਮਾਤ 'ਤੇ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਵਾ ਅਤੇ ਐਸੇ ਸੀਨ ਉਹਨਾਂ ਨੇ ਕਿਤਾਬ ਵਿੱਚ ਲਿਖ ਦਿੱਤੇ ਗਏ ਕਿ ਜਿਹੜੇ ਅਮਰ ਹੋ ਗਏ। ਬਹੁਤ ਜ਼ਬਰਦਸਤ ਆ। ਉਹਨਾਂ ਨੇ ਬਹੁਤ ਗਹਿਰਾਈ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਸਮਝ ਕੇ ਅਤੇ ਫਿਰ ਉਹਨਾਂ ਲਿਖਿਆ ਅਤੇ ਅਸੀਂ ਉਹਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ। ਇਸ ਤਰ੍ਹਾਂ ਹੀ ਹੋਰ ਬਹੁਤ ਸਾਰੇ ਨੇ। ਨਿਊਯਾਰਕ ਦੇ 100 ਰੰਗ, ਉੰਦਲਸ ਅਜਨਬੀ, ਰਾਖ, ਇਸ ਤਰ੍ਹਾਂ ਬਹੁਤ ਸਾਰੇ ਨੇਗੇ। ਜਿਸ ਤਰ੍ਹਾਂ ਕੇਟੂ, ਸਨੋਲੈਕ, ਦੇਵਸਾਈ, ਬਹੁਤ ਸਾਰੀਆਂ ਕਿਤਾਬਾਂ ਨੇ ਅਤੇ ਸਾਰੀ ਇੰਜੋਏਮੈਂਟ ਆ। ਅਤੇ ਤੁਸੀਂ ਵੀ ਪਲੀਜ਼ ਕਿਸੇ ਵੀ ਲਾਇਬ੍ਰੇਰੀ 'ਚ ਜਾਓ ਜਾਂ ਆਪ ਹੀ ਤੁਸੀਂ, ਜੇ ਤੁਸੀਂ ਨਹੀਂ ਖਰੀਦ ਸਕਦੇ ਤੁਸੀਂ ਡਾਊਨਲੋਡ ਕਰੋ ਅਤੇ ਪੜ੍ਹੋ ਅਤੇ ਇੰਜੋਏ ਕਰੋ। ਕਿਤਾਬ ਸਿਲੇਬਸ ਤੋਂ ਹਟ ਕੇ ਹੋਏ ਤਾਂ ਮਜ਼ਾ ਆਉਂਦਾ। ਸਿਲੇਬਸ ਵਾਲੀਆਂ ਕਿਤਾਬਾਂ ਤਾਂ ਬਹੁਤ ਤੰਗ ਕਰਦੀਆਂ ਨੇ, ਬਹੁਤ ਤਬੀਅਤ 'ਤੇ ਬੋਝ ਹੋ ਜਾਂਦਾ ਅਤੇ ਵੈਸੇ ਵੀ ਸਾਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਅਤੇ ਇਹਨਾਂ ਪਰੇਸ਼ਾਨੀਆਂ ਨੂੰ ਖ਼ਤਮ ਤਾਂ ਨਹੀਂ ਕੀਤਾ ਜਾ ਸਕਦਾ, ਲੇਕਿਨ ਥੋੜ੍ਹੀ ਦੇਰ ਵਾਸਤੇ ਉਹਨਾਂ ਨੂੰ ਰੋਕ ਕੇ ਥੋੜ੍ਹੀ ਇੰਜੋਏਮੈਂਟ ਤਾਂ ਕੀਤੀ ਜਾ ਸਕਦੀ ਹੈ ਨਾ। ਅਤੇ ਤੁਸੀਂ ਬਸ ਇਹ ਕਰਨਾ ਵਾ ਕਿ ਤੁਸੀਂ ਕੋਈ ਵੀ ਮੁਸਤਨਸਰ ਹਸੈਨ ਤਾਰੜ ਦਾ ਸਫ਼ਰਨਾਮਾ ਲੈਣਾ, ਇੱਕ ਪੁਰਸਕੂਨ ਜਗ੍ਹਾ 'ਚ ਬੈਠਣਾ, ਥੋੜ੍ਹੇ ਸੇ ਨਟਸ ਲੈ ਲਓ ਜਾਂ ਚਾਹ ਕੌਫੀ ਤਾਂ ਬਹੁਤ ਨੁਕਸਾਨਦੇਹ ਆ, ਲੇਕਿਨ ਫਿਰ ਵੀ ਕੋਈ ਅੱਛਾ ਜਿਹਾ ਡਰਿੰਕ ਨਾਲ ਰੱਖੋ ਅਤੇ ਪੜ੍ਹੋ। ਅਤੇ ਜਦੋਂ ਤੁਸੀਂ ਪੜ੍ਹਨਾ ਸਟਾਰਟ ਕਰੋਗੇ ਫਿਰ ਤੁਹਾਡੇ ਉੱਤੇ ਵਾਕਈ ਹੀ ਜਾਦੂ ਹੋਏਗਾ, ਤੁਹਾਨੂੰ ਬਹੁਤ ਮਜ਼ਾ ਆਏਗਾ ਅਤੇ ਤੁਸੀਂ ਇੰਜੋਏ ਕਰੋਗੇ। ਅੱਜ ਕੱਲ੍ਹ ਦੀ ਮਸਰੂਫੀਆਤ ਭਰੀ ਜ਼ਿੰਦਗੀ 'ਚ ਇੰਜੋਏ ਕਰਨਾ ਬਹੁਤ ਮੁਸ਼ਕਿਲ ਆ ਅਤੇ ਆਪਣੇ ਵਾਸਤੇ ਟਾਈਮ ਨਿਕਾਲਣਾ ਵੀ ਬਹੁਤ ਮੁਸ਼ਕਿਲ ਆ। ਵੈਸੇ ਤਾਂ ਸਾਡੇ ਪਾਕਿਸਤਾਨ ਦੇ ਰਾਈਟਰ ਬਹੁਤ ਅੱਛੇ ਨੇ, ਜੈਸੇ ਮੰਟੂ ਆ, ਬਾਨੋ ਆਪਾ ਵਾ, ਇਸ਼ਫਾਕ ਅਹਿਮਦ ਆ। ਮੰਟੂ ਨੂੰ ਵੀ ਮੈਂ ਕਾਫੀ ਪੜ੍ਹਿਆ, ਲੇਕਿਨ ਪਤਾ ਨਹੀਂ ਲੋਕ ਮੰਟੂ ਨੂੰ ਸ਼ਾਇਦ ਉਹਨਾਂ ਦੀਆਂ ਖੁੱਲ੍ਹੀਆਂ ਹੋਈਆਂ ਤਹਿਰੀਰਾਂ ਦੀ ਵਜ੍ਹਾ ਤੋਂ ਪਸੰਦ ਨਹੀਂ ਕਰਦੇ। ਲੇਕਿਨ ਬਾਨੋ ਆਪਾ ਦੇ ਮੈਂ ਇੱਕ ਦੋ ਨਾਵਲ ਪੜ੍ਹੇ ਨੇ, ਲੇਕਿਨ ਮੈਨੂੰ ਨਾਵਲ ਨਹੀਂ ਪਸੰਦ ਹੈ। ਮੇਰੀ ਜ਼ਾਤੀ ਰਾਏ ਕਿ ਮੈਨੂੰ ਨਾਵਲ ਪਸੰਦ ਨਹੀਂ ਹੈ, ਮੈਨੂੰ ਸਫ਼ਰਨਾਮੇ ਬਹੁਤ ਪਸੰਦ ਨੇ। ਅਤੇ ਸਫ਼ਰਨਾਮੇ ਨੂੰ ਤੁਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਨਾ ਕਿ ਸਫ਼ਰਨਾਮੇ ਵਿੱਚ ਮੈਂ ਕੀ, ਉਹ ਕਿਹੜੀ ਸਟੋਰੀ ਹੁੰਦੀ ਹੈ ਜਾਂ ਕਹਾਣੀ ਹੁੰਦੀ ਹੈ। ਅਤੇ ਸਫ਼ਰਨਾਮਾ ਤਾਂ ਹੈ ਹੀ ਸਫ਼ਰਨਾਮਾ, ਉਹਨੂੰ ਤੁਸੀਂ ਪੜ੍ਹ ਕੇ ਹੀ ਮਹਿਸੂਸ ਕਰ ਸਕਦੇ ਜੇ, ਉਹਨੂੰ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਮੈਂ ਕੀ ਫੀਲ ਕੀਤਾ। ਅਤੇ ਬਹੁਤ ਅੱਛੇ ਸਫ਼ਰਨਾਮੇ ਆਪ ਪੜ੍ਹੋ ਅਤੇ ਆਪਣੀ ਜ਼ਿੰਦਗੀ 'ਚ ਇੰਜੋਏ ਕਰੋ ਅਤੇ ਖੁਸ਼ ਰਹੋ। ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਖੁਸ਼ ਰਹੋ ਅਤੇ ਖੁਸ਼ੀਆਂ ਬਾਂਟੋ।